everyone, here is Mrs. Sumanpreet Kaur and you are watching my channel. Today we will discuss a cue card which is related to the art or craft activity. So watch this video till end so that you can get adequate knowledge about this topic. So here we start. Describe an art or craft activity that you had at school. ਤੁਸੀਂ ਇੱਕ ਉਹ ਆਰਟ ਔਰ ਕਰਾਫਟ ਐਕਟੀਵਿਟੀ ਦੀ ਗੱਲ ਕਰਨੀ ਆ ਜਿਹੜੀ ਤੁਸੀਂ ਸਕੂਲ ਦੇ ਵਿੱਚ ਕੀਤੀ ਸੀਗੀ। ਸਾਡਾ ਫਸਟ ਕੁਐਸਚਨ ਹੈ what you made, ਤੁਸੀਂ ਕੀ ਬਣਾਇਆ ਸੀਗਾ, how you made it, ਤੁਸੀਂ ਕਿਵੇਂ ਬਣਾਇਆ ਸੀਗਾ, what it looked like, ਕਿਵੇਂ ਦੀ ਉਹ ਪੇਂਟਿੰਗ ਜਾਂ ਜੋ ਵੀ ਤੁਸੀਂ ਬਣਾਇਆ ਸੀਗਾ ਆਰਟ ਔਰ ਕਰਾਫਟ ਦਾ ਉਹ ਦਿਖਦਾ ਸੀਗਾ, ਐਂਡ the fourth one is how you felt about this activity, ਔਰ ਤੁਸੀਂ ਕਿਵੇਂ ਦਾ ਫੀਲ ਕਰਦੇ ਸੀਗੇ ਇਸ ਐਕਟੀਵਿਟੀ ਬਾਰੇ। ਸੋ ਇਸ ਵੀਡੀਓ ਵਿੱਚ ਅਸੀਂ ਕਿਊ ਕਾਰਡ ਦੇ ਨਾਲ ਨਾਲ ਫੋਲੋ ਅਪ ਕੁਐਸਚਨਸ ਵੀ ਕਵਰ ਕਰਾਂਗੇ। ਸੋ ਉਸ ਵੀਡੀਓ ਨੂੰ ਸਟਾਰਟਿੰਗ ਤੋਂ ਐਂਡਿੰਗ ਤੱਕ ਜ਼ਰੂਰ ਦੇਖਿਓ। ਸੋ ਇੱਥੇ ਸਾਡੇ ਕੋਲ ਆਰਟ ਔਰ ਕਰਾਫਟ ਦੀ ਗੱਲ ਹੋ ਰਹੀ ਹੈ। ਇਟ ਮੀਨਸ ਕਿ ਸਾਡੀ ਜਨਰਲ ਲਾਈਨ ਜਿਹੜੀ ਹੋਏਗੀ ਉਹ ਸਾਡੀ ਆਰਟ ਔਰ ਕਰਾਫਟ ਤੇ ਹੋਏਗੀ। ਵੈਲ art or craft play an crucial role in our life because it relate us to our cultures and traditions। ਜਿਹੜਾ ਆਰਟ ਔਰ ਕਰਾਫਟ ਹੈਗਾ ਆ ਇੱਕ ਇੰਪੋਰਟੈਂਟ ਰੋਲ ਪਲੇ ਕਰਦਾ ਹੈ ਸਾਡੀ ਲਾਈਫ ਦੇ ਵਿੱਚ, ਕਿਉਂਕਿ ਇਹ ਸਾਨੂੰ ਜੋੜ ਕੇ ਰੱਖਦਾ ਹੈ ਸਾਡੇ ਸੱਭਿਆਚਾਰ ਦੇ ਨਾਲ, ਸਾਡੇ ਟ੍ਰੈਡੀਸ਼ਨ ਦੇ ਨਾਲ ਔਰ ਸਾਡੇ ਕਲਚਰ ਦੇ ਨਾਲ। ਤਾਂ ਕ੍ਰੂਸ਼ੀਅਲ ਇੱਥੇ ਸਾਡਾ ਇੱਕ ਸਿਨੋਨਿਮ ਵਰਡ ਹੋਏਗਾ ਜਿਹਦਾ ਮਤਲਬ ਹੁੰਦਾ ਹੈ ਇੰਪੋਰਟੈਂਟ, ਜਾਂ ਤੁਸੀਂ ਕਹਿ ਸਕਦੇ ਹੋ ਸਿਗਨੀਫੀਕੈਂਟ। significant role ਜਿਹੜਾ ਉਹ play ਕਰਦਾ ਹੈਗਾ। Although people's interest in art and craft is dying, yet I am an art enthusiast। Although ਦਾ ਮਤਲਬ ਹੁੰਦਾ ਹੈ ਹਾਲਾਂਕਿ people ਦਾ ਜਿਹੜਾ ਇੰਟਰਸਟ ਹੈਗਾ ਆਰਟ ਐਂਡ ਕਰਾਫਟ ਦੇ ਵਿੱਚ ਉਹ ਦਿਨੋਂ ਦਿਨ ਖਤਮ ਹੁੰਦਾ ਜਾ ਰਿਹਾ ਹੈ, ਬਟ ਫਿਰ ਵੀ I am an art enthusiast means ਕਿ ਹਾਲੇ ਵੀ ਮੈਨੂੰ ਆਰਟ ਪਸੰਦ ਹੈਗੀ ਆ। enthusiast ਇੱਕ ਸਾਡਾ ਵੋਕੈਬਲਰੀ ਵਰਡ ਹੈਗਾ ਜਿਹਦਾ ਮਤਲਬ ਹੁੰਦਾ ਹੈ a person who is interested in a particular activity। ਕਿਸੇ ਇੱਕ ਕੋਈ ਪਰਸਨ ਜਿਹੜਾ ਕਿਸੇ ਵੀ ਐਕਟੀਵਿਟੀ ਦੇ ਵਿੱਚ ਇੰਟਰਸਟ ਰੱਖਦਾ ਹੋਵੇ ਜਾਂ ਕਿਸੇ ਚੀਜ਼ ਵਿੱਚ ਇੰਟਰਸਟ ਰੱਖਦਾ ਹੋਵੇ। ਇੱਥੇ ਆਰਟ ਐਂਥੂਸੀਅਸਟ ਦੀ ਗੱਲ ਕੀਤੀ ਗਈ ਤਾਂ ਇਟ ਮੀਨਸ ਉਹ ਵਾਲਾ ਪਰਸਨ ਜਿਹੜਾ ਆਰਟ ਦੇ ਵਿੱਚ ਇੰਟਰਸਟ ਰੱਖਦਾ ਹੋਵੇ। I have tried my luck in few art forms। ਮੈਂ ਬਹੁਤ ਆਰਟ ਫਾਰਮਸ ਦੇ ਵਿੱਚ ਆਪਣਾ ਜਿਹੜਾ ਲੱਕ ਆ ਉਹ ਟਰਾਈ ਕਰ ਚੁੱਕਾ ਹਾਂ। Here I would like to talk about an art and craft activity that I did at school। ਅੱਜ ਮੈਂ ਗੱਲ ਕਰਨ ਜਾ ਰਿਹਾ ਉਸ ਆਰਟ ਐਂਡ ਕਰਾਫਟ ਐਕਟੀਵਿਟੀ ਦੇ ਬਾਰੇ ਜਿਹੜੀ ਮੈਂ ਆਪਣੇ ਸਕੂਲ ਦੇ ਵਿੱਚ ਕੀਤੀ ਸੀਗੀ। I vividly remember it was an art and craft competition that held in my school a couple of years ago। ਮੈਨੂੰ ਹਾਲੇ ਵੀ ਯਾਦ ਹੈ ਕਿ ਇੱਕ ਆਰਟ ਐਂਡ ਕਰਾਫਟ ਕੰਪੀਟੀਸ਼ਨ ਸੀਗਾ ਜਿਹੜਾ ਸਾਡੇ ਸਕੂਲ ਦੇ ਵਿੱਚ ਹੋਇਆ ਸੀ। a couple of years ago means 2 ਸਾਲ ਪਹਿਲਾਂ। ਕਪਲ ਦਾ ਮਤਲਬ ਹੁੰਦਾ ਹੈ ਡਬਲ, ਤਾਂ couple of year it means ਕਿ 2 ਸਾਲ ਪਹਿਲਾਂ ਦੀ ਗੱਲ ਹੋ ਰਹੀ ਹੈ। I was in 10th standard and my teacher wrote my name in competition and asked me to make some unique painting for the competition। मैं उधर 10th स्टैंडर्ड ਵਿੱਚ ਸੀਗਾ ਔਰ ਮੇਰੇ ਟੀਚਰ ਨੇ ਮੇਰਾ ਨਾਮ ਜਿਹੜਾ ਕੰਪੀਟੀਸ਼ਨ ਵਿੱਚ ਲਿਖ ਦਿੱਤਾ ਸੀ, ਤਾਂ ਉਹਨਾਂ ਨੇ ਮੈਨੂੰ ਬੋਲਿਆ ਸੀਗਾ ਕਿ ਤੁਸੀਂ ਇੱਕ ਯੂਨੀਕ ਪੇਂਟਿੰਗ ਬਣਾਓ ਕੰਪੀਟੀਸ਼ਨ ਦੇ ਲਈ। ਸੋ ਨੈਕਸਟ ਅਸੀਂ ਕਰਾਂਗੇ I was excited and I believed that I will get the highest grades among all the students because I had a gifted hand in painting। मैं बहुत ज़्यादा excited ਸੀ ਕਿ ਕੰਪੀਟੀਸ਼ਨ ਨੂੰ ਲੈ ਕੇ, ਤੇ ਮੈਨੂੰ ਇਹ ਵਿਸ਼ਵਾਸ ਸੀਗਾ ਕਿ ਮੈਂ ਹਾਈਐਸਟ ਗ੍ਰੇਡ ਜਿਹੜੀ ਉਹ ਅਚੀਵ ਕਰਾਂਗਾ, ਸਾਰੇ ਸਟੂਡੈਂਟਸ ਤੋਂ ਜ਼ਿਆਦਾ ਜਿਹੜੀ ਗ੍ਰੇਡ ਹੈ ਉਹ ਅਚੀਵ ਕਰਾਂਗਾ, ਕਿਉਂਕਿ ਮੇਰਾ ਗਿਫਟਡ ਹੈਂਡ ਹੈਗਾ ਸੀ ਪੇਂਟਿੰਗ ਦੇ ਵਿੱਚ। ਗਿਫਟਡ ਹੈਂਡ ਦਾ ਮਤਲਬ ਹੁੰਦਾ ਹੈ ਐਕਸਪਰਟ ਹੋਣਾ, ਕਿ ਮੈਂ ਐਕਸਪਰਟ ਸੀਗਾ ਪੇਂਟਿੰਗ ਦੇ ਵਿੱਚ, ਤਾਂ ਮੈਨੂੰ ਇਹ ਸ਼ੋਰਿਟੀ ਸੀਗੀ ਕਿ ਮੈਂ ਸਾਰੇ ਸਟੂਡੈਂਟਸ ਤੋਂ ਜ਼ਿਆਦਾ ਜਿਹੜੀ ਗ੍ਰੇਡ ਆ ਉਹ ਲੈ ਸਕਦਾ ਹੈ। That day after I went back home I did some research and learned new designs of painting। ਉਸ ਦਿਨ ਜਦੋਂ ਮੈਂ ਘਰ ਆਇਆ ਸੀਗਾ ਦੈਨ ਮੈਂ ਕੁਝ ਰਿਸਰਚ ਕੀਤੀ ਸੀ ਕਿ ਨਵੇਂ ਡਿਜ਼ਾਈਨ ਸਿੱਖੇ ਸੀਗੇ ਪੇਂਟਿੰਗ ਦੇ ਕਿ ਕਿਵੇਂ ਮੈਂ ਪੇਂਟਿੰਗ ਕਰ ਸਕਦਾ ਤਾਂ ਕਿ ਨੈਕਸਟ ਡੇ ਜਿਹੜੇ ਪੇਂਟਿੰਗ ਹੋਣ ਵਾਲੀ ਸੀ ਕੰਪੀਟੀਸ਼ਨ ਦੇ ਵਿੱਚ ਉਹ ਬਹੁਤ ਹੀ ਜ਼ਿਆਦਾ ਇਫੈਕਟਿਵ ਇੰਪ੍ਰੈਸਿਵ ਬਣ ਸਕੇ। I also practiced making them in the evening। ਔਰ ਈਵਨਿੰਗ ਦੇ ਵਿੱਚ ਮੈਂ ਉਹ ਪੇਂਟਿੰਗਸ ਜਿਹੜੀਆਂ ਬਣਾ ਕੇ ਵੀ ਇੱਕ ਵਾਰ ਪ੍ਰੈਕਟਿਸ ਕਰ ਲਈ ਸੀਗੀ। The next day it was our competition। ਉਸ ਤੋਂ ਅਗਲੇ ਦਿਨ ਸਾਡਾ ਕੰਪੀਟੀਸ਼ਨ ਸੀਗਾ। Initially I was feeling a little bit nervous but I had a belief in myself that I will perform well। Initially ਮਤਲਬ ਸਟਾਰਟਿੰਗ ਦੇ ਵਿੱਚ ਤਾਂ ਮੈਂ ਨਰਵਸ ਫੀਲ ਕਰ ਰਿਹਾ ਸੀ ਥੋੜਾ ਜਿਹਾ, ਬਟ ਮੈਨੂੰ ਇਹ ਵਿਸ਼ਵਾਸ ਹੈਗਾ ਸੀਗਾ। ਬਲੀਫ ਦਾ ਮਤਲਬ ਹੁੰਦਾ ਬਲੀਵ ਮੀਨਸ ਵਿਸ਼ਵਾਸ ਹੈਗਾ ਸੀਗਾ ਆਪਣੇ ਆਪ ਦੇ ਵਿੱਚ ਕਿ ਮੈਂ ਵਧੀਆ ਹੀ ਪਰਫਾਰਮ ਕਰਾਂਗਾ। At around 10 AM our competition started। ਆਲਮੋਸਟ ਕਹਿ ਸਕਦੇ ਹਾਂ ਕਿ 10 ਵਜੇ ਦੇ ਕਰੀਬ ਜਿਹੜਾ ਸੀਗਾ ਸਾਡਾ ਕੰਪੀਟੀਸ਼ਨ ਜਿਹੜਾ ਉਹ ਸਟਾਰਟ ਹੋ ਗਿਆ ਸੀਗਾ। ਦੈਨ
teacher gave us white sheets on which we had to make our paintings and around 2 hours were allotted to us for completing the whole painting. ਸਾਡੇ ਟੀਚਰਸ ਨੇ ਸਾਨੂੰ ਵਾਈਟ ਸ਼ੀਟ ਦੇ ਦਿੱਤੀਆਂ ਸੀਗੀਆਂ ਜਿਹਦੇ ਤੇ ਅਸੀਂ ਉਹ ਪੇਂਟਿੰਗ ਜਿਹੜੀ ਉਹ ਡਰਾ ਕਰਨੀ ਸੀ ਤੇ ਸਾਨੂੰ ਅਰਾਊਂਡ ਲਗਭਗ ਜਿਹੜੇ 2 ਘੰਟੇ ਸੀਗੇ ਉਹ ਦਿੱਤੇ ਗਏ ਸੀਗੇ ਕਿ ਤੁਸੀਂ ਇਹ ਪੇਂਟਿੰਗ ਨੂੰ ਕੰਪਲੀਟ ਕਰਨਾ ਹੈ। ਅਲਾਟਡ ਦਾ ਮਤਲਬ ਹੁੰਦਾ ਹੈ ਦਿੱਤੇ ਗਏ, ਗਿਵਨ ਸੀਗੇ 2 ਆਵਰਸ ਕਿ ਤੁਸੀਂ 2 ਆਵਰਸ ਦੇ ਵਿੱਚ ਕੰਪਲੀਟ ਕਰਨੀ ਹੈ ਆਪਣੀ ਪੇਂਟਿੰਗ। I planned that I will make a night painting of the moon shining in the dark upon a river. मैं ये सोचा सीगा कि मैं एक चंद्रमा की जिहड़ी वो पेंटिंग बनावांगा जिहड़ा शाइन कर रहा होवे रात नूं एक रिवर के ऊपर। After that I started making it and took around 1.5 hour to complete it. उस तो बाद मैं पेंटिंग बनानी जिहड़ी वो स्टार्ट कर दी सी कि अराउंड 1.5 hour मतलब 1.5 घंटा जिहड़ा मैं लगा सीगा मैनू कंप्लीट करन दे विच। After completion, I was amazed by seeing the result. ਜਦੋਂ पेंटिंग ਜਿਹੜੀ कंप्लीट हो गई ਸੀਗੀ मैं amazed ਸੀਗਾ, खुश ਸੀਗਾ ਉਹਦੇ ਰਿਜ਼ਲਟ ਦੇਖ ਕੇ ਕਿ ਉਹ ਬਹੁਤ ਹੀ ਜ਼ਿਆਦਾ ਜਿਹੜੀ ਵਧੀਆ ਬਣੀ ਸੀਗੀ। Final painting came out extremely beautiful and fantabulous. ਜਿਹੜੀ फाइनल पेंटिंग बन के ਤਿਆਰ ਹੋਈ ਸੀਗੀ ਉਹ ਬਹੁਤ ਹੀ ਜ਼ਿਆਦਾ extremely beautiful ਲੱਗ ਰਹੀ ਸੀ, ਬਹੁਤ ਹੀ ਜ਼ਿਆਦਾ ਵਧੀਆ ਲੱਗ ਰਹੀ ਸੀ, stunning ਸੀਗੀ, fantabulous मतलब fabulous ਦਿਖ ਰਹੀ ਸੀ। When the result declared, ਜਦੋਂ result declare ਹੋਇਆ, I was on the top of the world because I stood first in it. ਜਦੋਂ result declare ਹੋਇਆ ਸੀਗਾ ਤਾਂ ਮੈਂ ਬਹੁਤ ਹੀ ਜ਼ਿਆਦਾ ਖੁਸ਼ ਸੀਗਾ ਕਿਉਂਕਿ ਮੈਂ ਫਸਟ ਆਇਆ ਸੀਗਾ। On the top of the world ਇੱਕ idiom ਹੈਗਾ ਜਿਹਦਾ ਮਤਲਬ ਹੁੰਦਾ ਹੈ extremely happy. My teacher appreciated my work and honored me with a trophy. मेरे टीचर्स ने मेरे काम की जिहड़ी वो प्रशंसा की सी, तारीफ की सी, मैनू एप्रीशिएट किया कि तुसी बहुत वधिया काम किया है, बहुत वधिया पेंटिंग बनाई है और मैनू ऑनर किया सीगा एक ट्रॉफी दे नाल। उस तो नैक्सट असीं करांगे। आफ्टर दैट व्हेनेवर एनीवन डिड एनी डिफिकल्ट पेंटिंग वर्क दे यूज्ड टू टेक माई सुजैशन। उदों तो बाद जदों भी कोई डिफिकल्ट पेंटिंग बनाउंदा सीगा तां वो मेरे जिहड़ी राय लेना पसंद करदा सी। टू कट द लॉन्ग स्टोरी शॉर्ट, this is the art and craft activity that I did at school. So in short मैं ये कहना चाहता कि ये मेरी आर्ट एंड क्राफ्ट एक्टिविटी सीगी जिहड़ी मैं स्कूल दे विच कीती सीगी। सो ये सी साडा अज दा टॉपिक। इहदे विच असीं ईडियम भी काफ़ी कवर अप कीते लाइक अ गिफ्टेड हैंड, ऑन द टॉप ऑफ द वर्ल्ड एंड टू कट द लॉन्ग स्टोरी शॉर्ट। एंड असीं वोकैबुलरी वर्ड भी इहदे विच यूज़ कीते लाइक क्रूशियल, दैन असीं इंथुजियास्ट, एवें दे वर्ड जिहड़े यूज़ कीते हैं इनू कंपलैक्स बनाउण दे लई। सो होप आ तुहानूं ये सारा क्यूकट जिहड़ा सही तरह समझ आया होएगा। अगर किसी ने फिर भी कोई प्रॉब्लम आ तो वो कमेंट बॉक्स च दस सकदा। उस तो नैक्सट अज असीं फॉलो अप करन जा रहे हैं। जिवें साडा फर्स्ट क्वेश्चन है, व्हाट ट्रेडिशनल हैंडक्राफ्ट्स आर पॉपुलर इन इंडिया? कि किहड़े ट्रेडिशनल हैंडक्राफ्ट्स ने जिहड़े पॉपुलर हैगे ने इंडिया दे विच। फसटली तो देखो जदों भी कोई क्वेश्चन पूछा जाता है, चाहे वो इंट्रो क्वेश्चन होवे चाहे वो फॉलो अप्स होण, तां पहलां साडा मेन मोटिव होना चाहिए कि असीं उहनूं रीफ्रेज करना हैगा। जो साडा आंसर होएगा आंसर देना है, रीफ्रेज करना है, तो दैन अपना कोई रीजन देना हैगा कि क्यों कोई चीज़ पसंद हैगी सी जां नहीं पसंद हैगी सी। रीफ्रेज जरूर करना है, जिवें दा एग्जामिनर ने क्वेश्चन तुहानूं पुट कीता उवें दा ही उहनूं रिप्लाई नहीं करना हैगा। सिनोनिम यूज़ करके तुसीं उहनूं थोड़ा जिहा चेंज कर सकदे हो अपने अकॉर्डिंग। जिवें साडा आंसर है, well India is a diverse country and there are plethora of handcrafts that are renowned in my nation. कि इंडिया एक डाइवर्स कंट्री हैगी है कि विभिन्नतावां नाल भरी हुई हैगी आ। देयर आर प्लेथोरा ऑफ का मतलब होता है बहुत ज़्यादा, मैनी हैंडक्राफ्ट दैट आर रिनाउंड इन माई नेशन। रिनाउंड का मतलब होता है पॉपुलर। जिवें उन्होंने वर्ड यूज़ किया सीगा पॉपुलर, तो असीं उन्होंने रीफ्रेज करके बोल दिता जो सिनोनिम यूज़ करके कि रिनाउंड। उन्होंने इन इंडिया बोलिया सीगा, मैं बोल दिता है इन माई नेशन। सो उन्होंने चेंज करना है ताकि तुसीं एवें लगो कि जिवें तुसीं बहुत ज़्यादा फैमिलियर हैगे हो किसी लैंगुएज दे नाल जां किसी टॉपिक दे नाल। द फुलकारी एम्ब्रॉयडरीज ऑफ पंजाब, द वुमन सारीस ऑफ मैसूरी and the women carpets of Kashmir are just a few examples of hand and craft that are famous in India। कि एक फुलकारी जिहड़ी ते एम्ब्रॉयडरी हुंदी आ पंजाब दी वो फेमस हैगी आ। वुमन साड़ी जिहड़ा मैसूर दे हैगे ने वो फेमस हैगे आ, ते वुमन कारपेट की जिहड़े ऊन दे कारपेट बने हुए ने कश्मीर दे वो कुछ एवें दे चीज़ां हैगियां ने हैंडक्राफ्ट हैगे ने जिहड़े फेमस हैगे ने इंडिया दे विच। नैक्सट साडा सेकंड क्वेश्चन है, व्हाट डू यंग पीपल थिंक अबाउट ट्रेडिशनल हैंडक्राफ्ट? कि यंग पीपल जिहड़े ट्रेडिशनल हैंडक्राफ्ट के बारे की सोचते हैगे आ।
ਇੱਥੇ ਤੁਸੀਂ ਬਹੁਤ ਸਾਰੇ ਆਈਡੀਆਜ਼ ਦੇ ਸਕਦੇ ਹੋ, ਜਿਵੇਂ ਤੁਸੀਂ ਇਹ ਵੀ ਬੋਲ ਸਕਦੇ ਹੋ ਕਿ ਹੁਣ ਉਹਨਾਂ ਨੂੰ ਇੰਟਰਸਟ ਨਹੀਂ ਰਹਿ ਗਿਆ ਹੈਗਾ, ਠੀਕ ਹੈ, ਨਾਓ ਦੇ ਆਰ ਨਾਟ ਇੰਟਰਸਟਿਡ ਇਨ ਟ੍ਰੈਡੀਸ਼ਨਲ ਹੈਂਡਕ੍ਰਾਫਟਸ। ਇਹ ਵੀ ਬੋਲ ਸਕਦੇ ਹੋ ਕਿ ਉਹਨਾਂ ਨੂੰ ਇੰਟਰਸਟ ਹੈਗਾ ਵੀ ਆ, ਕੁਝ ਇੱਦਾਂ ਦੇ ਜਿਨ੍ਹਾਂ ਨੂੰ ਇੰਟਰਸਟ ਹੈਗਾ ਆ, ਬਟ ਹੁਣ ਉਹਨਾਂ ਦੇ ਪੇਸ਼ੈਂਸ ਲੈਵਲ ਇੰਨਾ ਨਹੀਂ ਹੈਗਾ ਕਿ ਉਹ ਜ਼ਿਆਦਾ ਤੋਂ ਜ਼ਿਆਦਾ ਟਾਈਮ ਸਪੈਂਡ ਕਰਕੇ ਹੈਂਡ ਕ੍ਰਾਫਟ ਜਿਹੜੇ ਉਹ ਬਣਾ ਸਕਣ। ਤਾਂ ਤੁਸੀਂ ਇਹਦਾ ਆਨਸਰ ਕਿਵੇਂ ਕਰ ਸਕਦੇ ਹੋ? ਵੈਲ ਆਈ ਥਿੰਕ ਮੋਸਟ young people including me appreciate traditional handcrafts. However, I also believe that young people don't have the patience to do these handcraft as people did in the yesteryears. कि मैनू लगता है कि बहुत सारे ਜਿਹੜੇ people ਹੈਗੇ ਨੇ young people ਨੇ ਮੈਨੂੰ ਮਿਲਾ ਕੇ ਉਹਨਾਂ ਨੂੰ ਟ੍ਰੈਡੀਸ਼ਨਲ ਹੈਂਡਕ੍ਰਾਫਟ ਪਸੰਦ ਹੈਗਾ ਹੈ, ਬਟ ਫਿਰ ਵੀ ਉਹਨਾਂ ਦੇ ਕੋਲ ਇੰਨੇ ਪੇਸ਼ੈਂਸ ਨਹੀਂ ਹੈਗੇ ਉਹਨੂੰ ਬਣਾਉਣ ਦੇ, ਡਰਾ ਕਰਨ ਦੇ ਜਾਂ ਹੈਂਡਕ੍ਰਾਫਟ ਦਾ ਵਰਕ ਕਰਨ ਦੇ, ਜਿੰਨਾ ਜਿਹੜੇ ਪੀਪਲ ਜਿਹੜੇ ਪਿਛਲੇ ਜ਼ਮਾਨੇ ਵਿੱਚ ਜਾਂ ਪਿਛਲੇ ਸਮੇਂ 'ਚ ਕਰਦੇ ਸੀਗੇ। ਇਨ ਯੈਸਟਰ ਈਅਰਸ ਦਾ ਮਤਲਬ ਹੁੰਦਾ ਪਿਛਲੇ ਸਾਲਾਂ ਦੇ ਵਿੱਚ ਜਿਹੜੇ ਲੋਕੀ ਹੈਂਡ ਕ੍ਰਾਫਟ ਕਰਦੇ ਸੀ, ਉਹਨੇ ਪੇਸ਼ੈਂਸ ਹੁੰਦੇ ਲੋਕਾਂ ਦੇ ਵਿੱਚ ਹੁੰਦੀ ਜਨਰੇਸ਼ਨ ਦੇ ਵਿੱਚ ਨਹੀਂ ਹੈਗੇ ਨੇ। ਸੋ ਐਵੇਂ ਤੁਸੀਂ ਆਪਣਾ ਆਨਸਰ ਇੱਥੇ ਬਹੁਤ ਜ਼ਿਆਦਾ ਇੰਪ੍ਰੈਸਿਵ ਬਣਾ ਸਕਦੇ ਹੋ। ਸੋ ਉਸ ਤੋਂ ਨੈਕਸਟ ਅਸੀਂ ਕਰਾਂਗੇ, ਡੂ ਪੀਪਲ ਇਨ ਯੂਰ ਕੰਟਰੀ ਸੈਂਡ ਹੈਂਡਕ੍ਰਾਫਟ ਐਜ਼ ਗਿਫਟ? ਕਿ ਤੁਹਾਡੀ ਕੰਟਰੀ ਦੇ ਜਿਹੜੇ ਪੀਪਲ ਹੈਗੇ ਨੇ, ਲੋਕ ਹੈਗੇ ਨੇ, ਉਹ ਗਿਫਟ ਦੇ ਤੌਰ ਤੇ ਹੈਂਡਕ੍ਰਾਫਟ ਦਿੰਦੇ ਨੇ? ਤਾਂ ਸਾਡਾ ਆਨਸਰ ਹੋਏਗਾ ਆਫ ਕੋਰਸ ਇਟ ਇਜ਼ ਅ ਕਾਮਨ ਟ੍ਰੈਂਡ ਇਨ ਮਾਈ ਨੇਸ਼ਨ। ਆਫ ਕੋਰਸ ਇਹ ਕਾਮਨ ਟ੍ਰੈਂਡ ਹੈਗਾ ਮੇਰੀ ਕੰਟਰੀ ਦੇ ਵਿੱਚ, ਐਜ਼ ਪੀਪਲ ਪ੍ਰੈਫਰ ਟੂ ਗਿਫਟ ਟ੍ਰੈਡੀਸ਼ਨਲ ਪੇਂਟਿੰਗ ਮੇਡ ਆਫ ਲੀਵਸ ਐਂਡ ਵੁੱਡ, ਐਮਬਰਾਇਡਰੀ ਬੈਗਸ ਐਂਡ ਪਰਸ ਐਂਡ ਈਵਨ ਆਰਟੀਕਲਸ ਆਫ ਵੁੱਡ। ਜਿਹੜੇ ਮੇਰੇ ਪੀਪਲ ਨੇ ਇੱਥੋਂ ਕੰਟਰੀ ਦੇ, ਉਹ ਮੋਸਟਲੀ ਪ੍ਰੈਫਰ ਕਰਦੇ ਨੇ ਗਿਫਟ ਕਰਨਾ ਟ੍ਰੈਡੀਸ਼ਨਲ ਪੇਂਟਿੰਗ ਜਿਹੜੀਆਂ ਜਾਂ ਤਾਂ ਲੀਵਸ 'ਤੇ ਹੋਣ ਜਾਂ ਵੁੱਡਸ 'ਤੇ ਹੋਣ, ਜਾਂ ਐਮਬਰਾਇਡਰੀ ਕੀਤੇ ਹੋਏ ਬੈਗ ਔਰ ਪਰਸ, ਤੇ ਜਾਂ ਆਰਟੀਕਲਸ ਕੁਝ ਜਿਹੜੇ ਵੁੱਡ ਤੋਂ ਬਣੇ ਹੁੰਦੇ ਨੇ ਉਹ ਪ੍ਰੈਫਰ ਕਰਦੇ ਨੇ। ਐਂਡ ਆਈ ਆਲਸੋ ਰਿਸੀਵਡ ਅ ਗਿਫਟ ਔਨ ਮਾਈ ਬਰਥਡੇ ਵਿਚ ਵਾਜ਼ ਅ ਵੁਡਨ ਬ੍ਰੈਸਲੇਟ। ਔਰ ਮੈਨੂੰ ਵੀ ਇੱਕ ਗਿਫਟ ਮਿਲਿਆ ਸੀਗਾ ਜਿਹੜਾ ਕੀ ਸੀਗਾ, ਇੱਕ ਵੁਡਨ ਬ੍ਰੈਸਲੇਟ ਸੀ ਜਿਹੜਾ ਮੈਨੂੰ ਮੇਰੇ ਬਰਥਡੇ ਤੇ ਮਿਲਿਆ ਸੀਗਾ। ਸੋ ਐਵੇਂ ਅਸੀਂ ਆਪਣੇ ਆਨਸਰ ਨੂੰ ਜਿਹੜਾ ਥੋੜਾ ਲੰਬਾ ਕਰ ਸਕਦੇ ਹਾਂ, ਕਿਉਂਕਿ ਸਾਡਾ ਆਨਸਰ 3 to 4 ਲਾਈਨਸ ਦਾ ਹੋਣਾ ਚਾਹੀਦਾ। ਫੋਲੋਅਪਸ ਦੇ ਵਿੱਚ ਇਹ ਕੰਡੀਸ਼ਨ ਹੁੰਦੀ ਆ। ਸੋ ਅਸੀਂ ਐਵੇਂ ਆਪਣਾ ਕੋਈ ਵੀ ਐਕਸਪੀਰੀਅੰਸ ਜਾਂ ਕੋਈ ਵੀ ਇਮੈਜੀਨੇਸ਼ਨ ਇੱਥੇ ਐਡ ਕਰ ਸਕਦੇ ਹਾਂ। ਨੈਕਸਟ ਕੁਐਸਚਨ ਹੈ, what are the benefits of making the handcrafts? ਸੋ ਕੀ ਬੈਨੀਫਿਟਸ ਹੋ ਸਕਦੇ ਨੇ ਹੈਂਡਕ੍ਰਾਫਟ ਬਣਾਉਣ ਦੇ? ਤਾਂ ਪਹਿਲਾਂ ਤੁਸੀਂ ਸਟਾਰਟਿੰਗ ਦੀ ਲਾਈਨ ਬੋਲ ਸਕਦੇ ਹੋ, well there are a lot of benefits, ਜਾਂ ਬੋਲ ਸਕਦੇ ਹੋ there are plethora of benefits of making hand and craft activities, ਜਾਂ ਬੋਲ ਸਕਦੇ ਹੋ ਕਿ ਮੇਕਿੰਗ ਹੈਂਡ ਐਂਡ ਕ੍ਰਾਫਟ ਦੇ ਬਹੁਤ ਸਾਰੇ ਬੈਨੀਫਿਟਸ ਨੇ। ਹੈਂਡ ਐਂਡ ਕ੍ਰਾਫਟ ਪ੍ਰੀਜ਼ਰਵ ਦਾ ਕਲਚਰ ਐਂਡ ਟ੍ਰੈਡੀਸ਼ਨ ਆਫ ਦਾ ਕੰਟਰੀ। ਜਿਹੜੇ ਹੈਂਡ ਐਂਡ ਕ੍ਰਾਫਟ ਹੁੰਦੇ ਨੇ ਉਹ ਸਿਕਿਉਰ ਕਰਕੇ ਰੱਖਦੇ ਨੇ, ਪ੍ਰੀਜ਼ਰਵ ਕਰਕੇ ਰੱਖਦੇ ਨੇ ਕਲਚਰ ਤੇ ਟ੍ਰੈਡੀਸ਼ਨ ਨੂੰ। ਜਿਹੜਾ ਕੰਟਰੀ ਦਾ ਟ੍ਰੈਡੀਸ਼ਨ ਤੇ ਕਲਚਰ ਹੁੰਦਾ, ਪੇਂਟਿੰਗਸ ਦੇ ਥਰੂ ਕਹਿ ਸਕਦੇ ਹੋ ਜਾਂ ਹੈਂਡਕ੍ਰਾਫਟ ਦੇ ਥਰੂ ਕਹਿ ਸਕਦੇ ਹੋ ਕਿ ਉਹ ਇੱਕ ਹਿਸਾਬ ਨਾਲ ਸਾਡਾ ਜਿਹੜਾ ਸੱਭਿਆਚਾਰ ਹੈ ਉਹਨੂੰ ਇੱਕ ਪੇਪਰ ਤੇ ਜਾਂ ਇੱਕ ਵੁਡਨ ਤੇ ਉਤਾਰ ਦਿੰਦੇ ਆ, ਮਤਲਬ ਉਹ ਪ੍ਰੀਜ਼ਰਵ ਕਰਕੇ ਰੱਖਦੇ ਆ ਸਾਡੇ ਕਲਚਰ ਨੂੰ ਔਰ ਟ੍ਰੈਡੀਸ਼ਨ ਨੂੰ। ਆਲਸੋ ਵਨ ਕੈਨ ਸ਼ੋ ਹਿਜ਼ ਹਿਡਨ ਟੈਲੈਂਟ ਇਨ ਫਰੰਟ ਆਫ ਅਦਰਸ ਟੂ ਅਰਨ ਦ ਨੇਮ ਐਂਡ ਫੇਮ। ਔਰ ਆਲਸੋ ਜਿਹੜੇ ਕੁਝ ਪੀਪਲ ਹੈਗੇ ਨੇ ਉਹਨਾਂ ਨੂੰ ਇਹ ਵੀ ਬੈਨੀਫਿਟਸ ਹੁੰਦਾ ਹੈ ਕਿ ਉਹ ਆਪਣਾ ਹਿਡਨ ਟੈਲੈਂਟ ਜਿਹੜਾ ਆ ਉਹ ਦੂਸਰਿਆਂ ਦੇ ਸਾਹਮਣੇ ਸ਼ੋਅ ਕਰਦੇ ਨੇ ਤੇ ਨੇਮ ਐਂਡ ਫੇਮ ਅਰਨ ਕਰਦੇ ਨੇ। ਕਹਿਣ ਦਾ ਮਤਲਬ ਨਾਮ ਵੀ ਕਮਾਉਂਦੇ ਨੇ ਤੇ ਉਹ ਆਪਣੀ ਅਰਨਿੰਗ ਵੀ ਕਰਦੇ ਨੇ ਆਪਣਾ ਟੈਲੈਂਟ ਸ਼ੋਅ ਕਰਕੇ। ਸੋ ਇਹ ਸੀ ਸਾਡੇ ਫੋਲੋਅਪਸ ਕੁਐਸਚਨਸ। ਐਵੇਂ ਤੁਸੀਂ ਆਨਸਰ ਕਰ ਸਕਦੇ ਹੋ ਫੋਲੋਅਪ ਕੁਐਸਚਨਸ ਨੂੰ। ਔਰ ਮੇਨ ਟਾਰਗੇਟ ਹੋਣਾ ਚਾਹੀਦਾ ਕਿ ਜਿਹੜੀ ਵੀ ਤੁਸੀਂ ਲਾਈਨ ਬੋਲੋ ਉਹ ਕਲੀਅਰ ਬੋਲੋ, ਸਹੀ ਸੈਂਟੈਂਸ ਦੇ ਨਾਲ ਬੋਲੋ ਔਰ ਉਹ ਰੈਲੇਵੈਂਟ ਹੋਵੇ। ਔਰ ਆਪਣੇ ਤੋਂ ਕੋਸ਼ਿਸ਼ ਕਰਨੀ ਹੈ ਕਿ ਫੋਲੋਅਪਸ ਦੇ ਵਿੱਚ ਕੋਈ ਨਾ ਕੋਈ ਜਿਹੜੇ ਐਗਜ਼ਾਮਪਲ ਆ ਉਹ ਇਨਕਲੂਡ ਕਰਨੀ ਆ। ਔਰ ਫੋਲੋਅਪਸ ਦੇ ਵਿੱਚ ਵੀ ਤੁਸੀਂ ਈਡੀਅਮ ਯੂਜ਼ ਕਰ ਸਕਦੇ ਹੋ ਅਗਰ ਤੁਹਾਨੂੰ ਲੱਗਦਾ ਹੈ ਕਿ ਕਿਤੇ ਐਪਰੋਪ੍ਰੀਏਟ ਹੈਗਾ ਹੈ। ਸੋ ਇਹ ਸਾਡਾ ਅੱਜ ਦਾ ਕਿਊ ਕੱਟ ਸੀਗਾ ਔਰ ਫੋਲੋਅਪ ਸੀਗੇ। ਹੋਪ ਹੈ ਤੁਹਾਨੂੰ ਪਸੰਦ ਆਏ ਹੋਣਗੇ। ਥੈਂਕ ਯੂ ਸੋ ਮਚ। ਹੈਵ ਅ ਨਾਈਸ ਡੇ।